ਜੀਵਨ ਦੀ ਮੁੱਢਲੀ ਇਕਾਈ। ਤੁਸੀਂ ਕੀ ਜਾਣਦੇ ਹੋ? ਸਜੀਵ ਕਿਸ ਦੇ ਬਣੇ ਹੁੰਦੇ ਹਨ? ਸੈੱਲ ਕੀ ਹਨ? ਸੈੱਲ ਦੀ ਖੋਜ ਕਿਸ ਨੇ ਕੀਤੀ? ਇੱਕ ਸੈੱਲੀ ਜੀਵਾਂ ਦੀ ਉਦਾਹਰਣ ਦਿਓ। ਕੀ ਅਸੀਂ ਸੈੱਲ ਨੂੰ ਨੰਗੀ ਅੱਖ ਨਾਲ ਵੇਖ ਸਕਦੇ ਹਾਂ? ਅਸੀਂ ਕੀ ਸਿੱਖਾਂਗੇ? ਸਜੀਵ ਕਿਸ ਦੇ ਬਣੇ ਹਨ? ਸੈੱਲ ਕਿਸ ਦਾ ਬਣਿਆ ਹੈ? ਸੈੱਲ ਦਾ ਰਚਨਾਤਮਕ ਸੰਗਠਨ ਕੀ ਹੈ? ਪਿਆਰੇ ਵਿਦਿਆਰਥੀਓ, ਆਪਣਾ ਅੱਜ ਦਾ ਟੌਪਿਕ ਹੈ ਜੀਵਨ ਦੀ ਮੁੱਢਲੀ ਇਕਾਈ, ਜੋ ਕਿ ਜਮਾਤ 9ਵੀਂ ਦਾ 5ਵਾਂ ਪਾਠ ਹੈ। ਰਾਬਰਟ ਹੁੱਕ ਨੇ ਕਾਰਕ ਦੀ ਪਤਲੀ ਕਾਟ ਦਾ ਨਿਰੀਖਣ ਕਰਦਿਆਂ ਵੇਖਿਆ ਕਿ ਉਸ ਵਿੱਚ ਬਹੁਤ ਸਾਰੇ ਨਿੱਕੇ ਨਿੱਕੇ ਖਾਨੇ ਬਣੇ ਸਨ, ਜਿਨ੍ਹਾਂ ਦੀ ਸੰਰਚਨਾ ਮਧੂਮੱਖੀ ਦੇ ਛੱਤੇ ਵਰਗੀ ਸੀ। ਉਸਨੇ ਉਹਨਾਂ ਖਾਨਿਆਂ ਦਾ ਨਾਮ ਕੋਸ਼ਿਕਾ ਰੱਖਿਆ। ਸਰ, ਮੈਂ ਇੱਥੇ ਪ੍ਰਸ਼ਨ ਪੁੱਛਣਾ ਚਾਹੂੰਗਾ ਕਿ ਤੁਸੀਂ ਗੱਲ ਕੀਤੀ ਕਾਰਕ ਦੀ। ਹਾਂਜੀ, ਇਹ ਕਾਰਕ ਕੀ ਹੁੰਦਾ ਜੀ? ਕਾਰਕ ਇੱਕ ਪਦਾਰਥ ਹੈ ਜੋ ਦਰਖਤ ਦੀ ਛਿੱਲ ਤੋਂ ਪ੍ਰਾਪਤ ਹੁੰਦਾ ਹੈ। ਠੀਕ ਹੈ ਜੀ। ਤੇ ਇੱਕ ਮੈਂ ਚਾਹੂੰਗਾ ਕਿ ਵਿਦਿਆਰਥੀਆਂ ਨੂੰ ਤੁਸੀਂ ਦੱਸੋ ਕਿ ਜੋ ਕੋਸ਼ਿਕਾ ਤੁਸੀਂ ਗੱਲ ਕੀਤੀ ਵੀ ਉਹਨੇ ਹਾਂਜੀ। ਮਧੂਮੱਖੀ ਦੇ ਛੱਤੇ ਵਰਗੀ ਸੰਰਚਨਾ ਦੇਖੀ, ਜਿਹਨੂੰ ਹਾਂਜੀ। ਕੋਸ਼ਿਕਾ ਦਾ ਨਾਮ ਦਿੱਤਾ। ਠੀਕ ਹੈ ਜੀ। ਕੀ ਉਹ ਕੋਸ਼ਿਕਾ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ? ਰਾਬਰਟ ਹੁੱਕ ਨੇ 1665 ਵਿੱਚ ਆਪਣੇ ਖੁਦ ਦੇ ਬਣਾਏ ਮਾਈਕਰੋਸਕੋਪ ਵਿੱਚ ਕੋਸ਼ਿਕਾ ਨੂੰ ਦੇਖਿਆ। ਅਸੀਂ ਹੁਣ ਵੀ ਆਪਣੇ ਸਕੂਲਾਂ ਵਿੱਚ ਮੌਜੂਦ ਸੰਯੁਕਤ ਮਾਈਕਰੋਸਕੋਪਾਂ ਦੁਆਰਾ ਇਹ ਵੇਖ ਸਕਦੇ ਹਾਂ। ਸਰ, ਕੀ ਤੁਸੀਂ ਸਾਨੂੰ ਇਸ ਮਾਈਕਰੋਸਕੋਪ ਬਾਰੇ ਥੋੜੀ ਹੋਰ ਜਾਣਕਾਰੀ ਦਿਓਗੇ? ਹਾਂਜੀ, ਜ਼ਰੂਰ। ਆਓ ਬੱਚਿਓ, ਹੁਣ ਆਪਾਂ ਮਾਈਕਰੋਸਕੋਪ ਦੇ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰੇ ਬੱਚਿਓ, ਅੱਜ ਅਸੀਂ ਸੂਖਮਦਰਸ਼ੀ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਦਾ ਪਹਿਲਾ ਭਾਗ ਹੈ ਨੇਤਰਿਕਾ ਲੈਂਸ ਜਾਂ ਆਈਪੀਸ ਲੈਂਸ। ਇਹ ਕਿਸੇ ਸੂਖਮ ਵਸਤੂ ਨੂੰ ਵੱਡਾ ਕਰਕੇ ਦੇਖਣ ਦੀ ਪਹਿਲੀ ਸਟੇਜ ਹੈ। ਇੱਥੇ ਕਿਸੇ ਵਸਤੂ ਨੂੰ 10 ਗੁਣਾ ਜਾਂ 15 ਗੁਣਾ ਵੱਡਾ ਦੇਖਿਆ ਜਾ ਸਕਦਾ ਹੈ। ਦੂਸਰਾ ਭਾਗ ਦੇਹ ਨਲਿਕਾ ਜਾਂ ਬੋਡੀ ਟਿਊਬ ਹੈ, ਜੋ ਨੇਤਰਿਕਾ ਲੈਂਸ ਨੂੰ ਆਬਜੈਕਟਿਵ ਲੈਂਸ ਨਾਲ ਜੋੜਦੀ ਹੈ। ਇਸ ਦਾ ਤੀਸਰਾ ਭਾਗ ਭੁਜਾਂ ਜਾਂ ਆਰਮ ਹੈ। ਇਸ ਦੀ ਮਦਦ ਨਾਲ ਆਬਜੈਕਟਿਵ ਲੈਂਸ ਨੂੰ ਮੰਚ ਜਾਂ ਸਟੇਜ ਤੋਂ ਉੱਪਰ ਚੁੱਕਿਆ ਜਾਂਦਾ ਹੈ। ਇਹ ਮਾਈਕਰੋਸਕੋਪ ਨੂੰ ਚੁੱਕਣ ਵਿੱਚ ਵੀ ਮਦਦ ਕਰਦੀ ਹੈ। ਵਸਤੂ ਲੈਂਸ ਜਾਂ ਆਬਜੈਕਟਿਵ ਲੈਂਸ ਇੱਥੇ ਆਮ ਤੌਰ ਤੇ 4 ਗੁਣਾ, 10 ਗੁਣਾ, 40 ਗੁਣਾ ਜਾਂ 100 ਗੁਣਾ ਤੱਕ ਵੱਡਾ ਦਰਸ਼ਨ ਸੰਭਵ ਹੈ। ਅਗਲਾ ਪਾਰਟ ਮੰਚ ਜਾਂ ਸਟੇਜ ਹੈ। ਇਸ ਸਥਾਨ ਤੇ ਦੇਖਣ ਲਈ ਸਲਾਈਡ ਰੱਖੀ ਜਾਂਦੀ ਹੈ, ਜਿੱਥੇ ਸਲਾਈਡ ਕਲਿੱਪ ਦੀ ਸਹਾਇਤਾ ਨਾਲ ਸਲਾਈਡ ਨੂੰ ਫਿਕਸ ਕੀਤਾ ਜਾਂਦਾ ਹੈ। ਇਸ ਦਾ ਅਗਲਾ ਭਾਗ ਕਿਰਨੀ ਪੇਚ ਹੈ, ਜਿਸ ਨੂੰ ਘੁਮਾ ਕੇ ਸਲਾਈਡ ਤੇ ਲੈਂਸ ਫੋਕਸ ਕੀਤਾ ਜਾਂਦਾ ਹੈ, ਜਿਸ ਨਾਲ ਸਪੈਸੀਮਨ ਦਾ ਨਿਰੀਖਣ ਕੀਤਾ ਜਾਂਦਾ ਹੈ। ਅਗਲੇ ਭਾਗ ਨੂੰ ਦਰਪਣ ਜਾਂ ਪਰਿਵਰਤਕ ਕਹਿੰਦੇ ਹਨ। ਇਹ ਮਾਈਕਰੋਸਕੋਪ ਲਈ ਰੋਸ਼ਨੀ ਦਾ ਸਰੋਤ ਹੈ। ਅਗਲਾ ਭਾਗ ਡਾਇਆਫਰਾਮ ਹੈ। ਇਹ ਮੰਚ ਦੇ ਥੱਲੇ ਇੱਕ ਘੁੰਮਣ ਵਾਲੀ ਡਿਸਕ ਹੁੰਦੀ ਹੈ, ਜਿਸ ਨਾਲ ਸਲਾਈਡ ਤੇ ਪੈਣ ਵਾਲੀ ਰੋਸ਼ਨੀ ਦੀ ਤੀਬਰਤਾ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਇਸ ਦਾ ਆਖਰੀ ਭਾਗ ਆਧਾਰ ਜਾਂ ਬੇਸ ਹੈ। ਇਹ ਮਾਈਕਰੋਸਕੋਪ ਦਾ ਆਧਾਰ ਹੈ, ਜੋ ਮਾਈਕਰੋਸਕੋਪ ਨੂੰ ਸਪੋਰਟ ਦੇਣ ਵਿੱਚ ਸਹਾਇਤਾ ਕਰਦਾ ਹੈ। ਪਿਆਜ਼ ਦਾ ਇੱਕ ਛੋਟਾ ਜਿਹਾ ਟੁਕੜਾ ਲਓ। ਚਿਮਟੀ ਦੀ ਸਹਾਇਤਾ ਨਾਲ ਅਸੀਂ ਪਿਆਜ਼ ਦੀ ਅੰਦਰੂਨੀ ਅਵਤਰ ਸਤ੍ਹਾ ਤੋਂ ਝਿੱਲੀ ਉਤਾਰ ਸਕਦੇ ਹਾਂ। ਇਸ ਝਿੱਲੀ ਨੂੰ ਪਾਣੀ ਨਾਲ ਭਰੇ ਵਾਚ ਗਲਾਸ ਵਿੱਚ ਰੱਖ ਦਿਓ। ਇਸ ਨਾਲ ਇਹ ਝਿੱਲੀ ਮੁੜਨ ਜਾਂ ਸੁੱਕਣ ਤੋਂ ਬਚ ਜਾਂਦੀ ਹੈ। ਹੁਣ ਕੱਚ ਦੀ ਇੱਕ ਸਲਾਈਡ ਲਓ। ਇਸ ਉੱਤੇ ਪਾਣੀ ਦੀ ਇੱਕ ਬੂੰਦ ਪਾਓ। ਵਾਚ ਗਲਾਸ ਵਿੱਚ ਰੱਖੇ ਝਿੱਲੀ ਦੇ ਟੁਕੜੇ ਵਿੱਚੋਂ ਛੋਟੇ ਜਿਹੇ ਟੁਕੜੇ ਨੂੰ ਸਲਾਈਡ ਤੇ ਰੱਖ ਦਿਓ। ਇਹ ਧਿਆਨ ਰੱਖੋ ਕਿ ਝਿੱਲੀ ਬਿਲਕੁਲ ਸਿੱਧੀ ਹੋਏ। ਹੁਣ ਇਸ ਉੱਤੇ ਇੱਕ ਬੂੰਦ ਸੈਫਰਲਿਨ ਘੋਲ ਦੀ ਪਾਓ ਅਤੇ ਇਸ ਨੂੰ ਕਵਰ ਸਲਿੱਪ ਨਾਲ ਢੱਕ ਦਿਓ। ਕਵਰ ਸਲਿੱਪ ਨੂੰ ਸੂਈ ਦੀ ਸਹਾਇਤਾ ਨਾਲ ਇਸ ਤਰੀਕੇ ਨਾਲ ਰੱਖੋ ਕਿ ਇਸ ਵਿੱਚ ਹਵਾ ਦੇ ਬੁਲਬੁਲੇ ਨਾ ਜਾਣ। ਇਹ ਪਿਆਜ਼ ਦੀ ਝਿੱਲੀ ਦੀ ਅਸਥਾਈ ਸਲਾਈਡ ਬਣੀ ਹੈ, ਜਿਸ ਨੂੰ ਅਸੀਂ ਸੂਖਮਦਰਸ਼ੀ ਦੀ ਸਹਾਇਤਾ ਨਾਲ ਵੇਖ ਸਕਦੇ ਹਾਂ।
ਪਿਆਜ਼ ਦੀ ਝਿੱਲੀ ਦੀਆਂ ਕੋਸ਼ਿਕਾਵਾਂ। ਅਸੀਂ ਦੇਖਿਆ ਕਿ ਪਿਆਜ਼ ਦੀ ਝਿੱਲੀ ਦੀਆਂ ਕੋਸ਼ਿਕਾਵਾਂ ਇੱਕ ਸਮਾਨ ਹਨ। ਪਿਆਜ਼ ਦੇ ਆਕਾਰ ਨਾਲ ਇਸ ਦਾ ਕੋਈ ਸੰਬੰਧ ਨਹੀਂ। ਜੀਵ ਦੀਆਂ ਕਿਸਮਾਂ। ਜੀਵ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸੈਲੀ ਜੀਵ, ਬਹੁਸੈਲੀ ਜੀਵ। ਇੱਕ ਸੈਲੀ ਜੀਵ। ਇੱਕ ਸੈਲੀ ਜੀਵ ਦੀਆਂ ਕੁਝ ਉਦਾਹਰਨਾਂ ਅਸੀਂ ਹੁਣ ਵੇਖਾਂਗੇ, ਜਿਸ ਤਰ੍ਹਾਂ ਅਮੀਬਾ, ਕਲੈਮਾਈਡੋਮੋਨਾਸ, ਪੈਰਾਮੀਸ਼ੀਅਮ, ਬੈਕਟੀਰੀਆ, ਸ਼ੁਤਰਮੁਰਗ ਦਾ ਅੰਡਾ। ਬਹੁਸੈਲੀ ਜੀਵ, ਮਨੁੱਖ, ਜਾਨਵਰ। ਮਨੁੱਖੀ ਸਰੀਰ ਦੇ ਵੱਖ-ਵੱਖ ਸੈੱਲ। ਨਾੜੀ ਕੋਸ਼ਿਕਾਵਾਂ, ਚਰਬੀ ਸੈੱਲ, ਸ਼ੁਕਰਾਣੂ, ਅੰਡਾਣੂ, ਲਹੂ ਕੋਸ਼ਿਕਾਵਾਂ, ਧਾਰੀ ਰਹਿਤ ਪੇਸ਼ੀ ਸੈੱਲ। ਨਿੱਕੜੇ ਅੰਗ। ਇੱਕ ਸੈੱਲ ਵਿੱਚ ਇੱਕ ਵਿਸ਼ੇਸ਼ ਕਾਰਜ ਕਰਨ ਲਈ ਕੁਝ ਖਾਸ ਘਟਕ ਹੁੰਦੇ ਹਨ, ਜਿਨ੍ਹਾਂ ਨੂੰ ਨਿੱਕੜੇ ਅੰਗ ਕਿਹਾ ਜਾਂਦਾ ਹੈ। ਸੈੱਲ ਕਿਸ ਤਰ੍ਹਾਂ ਸੰਗਠਿਤ ਹੁੰਦਾ ਹੈ? ਸੂਖਮਦਰਸ਼ੀ ਹੇਠ ਦੇਖਣ ਉਪਰੰਤ ਸਾਨੂੰ ਹਰ ਸੈੱਲ ਦੇ 3 ਭਾਗ ਦਿਖਾਈ ਦੇਣਗੇ: ਪਲਾਜ਼ਮਾ ਝਿੱਲੀ, ਕੇਂਦਰਕ, ਸੈੱਲ ਦਰਵ। ਪਲਾਜ਼ਮਾ ਝਿੱਲੀ ਦੁਆਰਾ ਪ੍ਰਸਰਣ। ਕੁਝ ਪਦਾਰਥ ਜਿਵੇਂ ਕਾਰਬਨ ਡਾਈਆਕਸਾਈਡ ਜਾਂ ਆਕਸੀਜਨ ਸੈੱਲ ਝਿੱਲੀ ਦੇ ਆਰ-ਪਾਰ ਪ੍ਰਸਰਣ ਕਿਰਿਆ ਦੁਆਰਾ ਆ ਸਕਦੇ ਹਨ। ਪਲਾਜ਼ਮਾ ਝਿੱਲੀ। ਪਲਾਜ਼ਮਾ ਝਿੱਲੀ ਲਚਕੀਲੀ ਹੁੰਦੀ ਹੈ ਅਤੇ ਕਾਰਬਨਿਕ ਅਣੂਆਂ ਜਿਵੇਂ ਕਿ ਚਰਬੀ ਅਤੇ ਪ੍ਰੋਟੀਨ ਦੀ ਬਣੀ ਹੁੰਦੀ ਹੈ। ਪ੍ਰਸਰਣ ਪਰਿਭਾਸ਼ਾ। ਪਦਾਰਥਾਂ ਦੇ ਅਣੂਆਂ ਦੀ ਗਤੀ ਜਦੋਂ ਪਲਾਜ਼ਮਾ ਝਿੱਲੀ ਵਿੱਚੋਂ ਅੰਦਰ ਬਾਹਰ ਹੁੰਦੀ ਹੈ ਤਾਂ ਇਸ ਗਤੀ ਨੂੰ ਪ੍ਰਸਰਣ ਕਹਿੰਦੇ ਹਨ। ਆਓ ਪ੍ਰਸਰਣ ਨੂੰ ਇੱਕ ਉਦਾਹਰਣ ਰਾਹੀਂ ਸਮਝੀਏ। ਬੱਚਿਓ, ਅੰਡੇ ਦੀ ਬਾਹਰੀ ਸਖਤ ਪਰਤ ਕੈਲਸ਼ੀਅਮ ਕਾਰਬੋਨੇਟ ਦੀ ਬਣੀ ਹੁੰਦੀ ਹੈ। ਇਹ ਪਰਤ ਪ੍ਰਸਰਣ ਨੂੰ ਹੋਣ ਨਹੀਂ ਦਿੰਦੀ। ਇਸ ਦੇ ਅੰਦਰਲੀ ਪਰਤ, ਜੋ ਕਿ ਚੁਣਨਯੋਗ ਮੁਸਾਮਦਾਰ ਹੁੰਦੀ ਹੈ, ਜਿਸ ਰਾਹੀਂ ਅੰਡੇ ਵਿੱਚ ਪ੍ਰਸਰਣ ਹੁੰਦਾ ਹੈ। ਬਾਹਰੀ ਸਖਤ ਪਰਤ ਨੂੰ ਹਾਈਡ੍ਰੋਕਲੋਰਿਕ ਅਮਲ ਦੇ ਪਤਲੇ ਘੋਲ ਵਿੱਚ ਰੱਖ ਕੇ ਉਤਾਰ ਲਓ। ਬੱਚਿਓ, ਫਿਰ ਅੰਡੇ ਨੂੰ ਸ਼ੁੱਧ ਪਾਣੀ ਵਿੱਚ ਪਾ ਕੇ ਸਾਰੀ ਰਾਤ ਲਈ ਰੱਖ ਦਿਓ। ਅਸੀਂ ਵੇਖਦੇ ਹਾਂ ਕਿ ਅੰਡਾ ਫੁੱਲ ਜਾਂਦਾ ਹੈ। ਹੁਣ ਇਸ ਫੁੱਲੇ ਹੋਏ ਅੰਡੇ ਨੂੰ ਨਮਕ ਦੇ ਗਾੜੇ ਘੋਲ ਵਿੱਚ ਰੱਖੋ। 5-6 ਘੰਟੇ ਬਾਅਦ ਅੰਡਾ ਸੁੰਗੜ ਜਾਵੇਗਾ। ਹੁਣ ਦੁਬਾਰਾ ਇਸ ਸੁੰਗੜੇ ਹੋਏ ਅੰਡੇ ਨੂੰ ਪਾਣੀ ਵਿੱਚ ਪਾਓ। ਅੱਧੇ ਘੰਟੇ ਬਾਅਦ ਅਸੀਂ ਵੇਖਾਂਗੇ ਕਿ ਅੰਡਾ ਫਿਰ ਤੋਂ ਫੁੱਲ ਗਿਆ। ਬੱਚਿਓ, ਇਸ ਤੋਂ ਅਸੀਂ ਇਹ ਨਿਰੀਖਣ ਕਰਦੇ ਹਾਂ ਕਿ ਗਾੜੇ ਨਮਕ ਵਾਲਾ ਘੋਲ ਵੱਧ ਘਣਤਾ ਵਾਲਾ ਘੋਲ ਕਿਹਾ ਜਾਂਦਾ ਹੈ ਅਤੇ ਪਾਣੀ ਨੂੰ ਘੱਟ ਘਣਤਾ ਵਾਲਾ ਘੋਲ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਹੁਣ ਪ੍ਰਸਰਣ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। ਪ੍ਰਸਰਣ ਵਹਾਅ ਦੀ ਇੱਕ ਖਾਸ ਕਿਸਮ ਹੈ, ਜਿਸ ਵਿੱਚ ਪਾਣੀ ਦੇ ਅਣੂ ਇੱਕ ਚੁਣਨਯੋਗ ਮੁਸਾਮਦਾਰ ਪਰਤ ਦੁਆਰਾ ਪਦਾਰਥ ਦੀ ਘੱਟ ਘਣਤਾ ਵਾਲੇ ਖੇਤਰ ਤੋਂ ਵੱਧ ਘਣਤਾ ਵਾਲੇ ਖੇਤਰ ਵੱਲ ਹੁੰਦੀ ਹੈ। ਇੱਕ ਸੈਲੀ ਜੀਵਾਂ ਵਿੱਚ ਅੰਤਰਗ੍ਰਹਿਣ ਵਿਧੀ। ਅੰਤਰਗ੍ਰਹਿਣ। ਇੱਕ ਸੈਲੀ ਜੀਵ ਜਿਵੇਂ ਅਮੀਬਾ ਬਾਹਰੀ ਵਾਤਾਵਰਣ ਤੋਂ ਆਪਣਾ ਭੋਜਨ ਗ੍ਰਹਿਣ ਕਰਦੇ ਹਨ। ਇਸ ਪ੍ਰਕਿਰਿਆ ਨੂੰ ਅੰਤਰਗ੍ਰਹਿਣ ਕਹਿੰਦੇ ਹਨ। ਸੈੱਲ ਭਿੱਤੀ। ਸੈੱਲ ਕੰਧ ਸਿਰਫ ਪੌਦਾ ਸੈੱਲਾਂ ਵਿੱਚ ਪਾਈ ਜਾਂਦੀ ਹੈ। ਸੈੱਲ ਕੰਧ ਸੈਲੂਲੋਜ਼ ਦੀ ਬਣੀ ਹੁੰਦੀ ਹੈ। ਸੈੱਲ ਕਿਸੇ ਵੀ ਜੀਵ ਦੀ
ਸਭ ਤੋਂ ਨਿੱਕੀ ਕਾਰਜਕਾਰੀ ਇਕਾਈ ਹੁੰਦੇ ਹਨ। ਹਰੇਕ ਕਿਸਮ ਦੇ ਸੈੱਲ ਵਿੱਚ 3 ਚੀਜ਼ਾਂ ਸਾਂਝੀਆਂ ਹੁੰਦੀਆਂ ਹਨ। ਹਰੇਕ ਸੈੱਲ ਦੀ ਪਲਾਜ਼ਮਾ ਝਿੱਲੀ ਹੁੰਦੀ ਹੈ ਜੋ ਸੈੱਲ ਦੇ ਅੰਦਰੂਨੀ ਭਾਗ ਨੂੰ ਬਾਹਰੀ ਵਾਤਾਵਰਣ ਨਾਲੋਂ ਵੱਖਰਾ ਕਰਦੀ ਹੈ। ਦੂਸਰਾ ਹੈ ਜੀਵ ਦ੍ਰਵ ਜਾਂ ਸਾਈਟੋਪਲਾਜ਼ਮ ਜੋ ਜੈਲੀ ਵਰਗਾ ਤਰਲ ਪਦਾਰਥ ਹੁੰਦਾ ਹੈ। ਤੀਸਰਾ ਹੈ ਡੀਐਨਏ ਜੋ ਸੈੱਲ ਦਾ ਜੈਨੇਟਿਕ ਮਟੀਰੀਅਲ ਅਖਵਾਉਂਦਾ ਹੈ। ਸੈੱਲ ਦੀਆਂ ਮੁੱਖ ਰੂਪ ਨਾਲ 2 ਕਿਸਮਾਂ ਹੁੰਦੀਆਂ ਹਨ। ਪਹਿਲੀ ਕਿਸਮ ਦਾ ਨਾਮ ਹੈ ਯੂਕੈਰੀਓਟਿਕ ਸੈੱਲ, ਜਿਸ ਵਿੱਚ ਨਿੱਕੜੇ ਅੰਗ, ਨਿਊਕਲੀਅਸ ਅਤੇ ਹੋਰ ਖਾਸ ਹਿੱਸੇ ਪਾਏ ਜਾਂਦੇ ਹਨ। ਯੂਕੈਰੀਓਟਿਕ ਸੈੱਲ ਸਭ ਤੋਂ ਜਟਿਲ ਅਤੇ ਸਭ ਤੋਂ ਉੱਨਤ ਸੈੱਲ ਹੁੰਦੇ ਹਨ ਜੋ ਪੌਦਿਆਂ ਅਤੇ ਜੰਤੂਆਂ ਵਿੱਚ ਪਾਏ ਜਾਂਦੇ ਹਨ। ਦੂਸਰੀ ਕਿਸਮ ਦਾ ਨਾਮ ਹੈ ਪ੍ਰੋਕੈਰੀਓਟਿਕ ਸੈੱਲ। ਇਸ ਵਿੱਚ ਨਾ ਤਾਂ ਕੇਂਦਰਕ ਜਾਂ ਨਿਊਕਲੀਅਸ ਪਾਇਆ ਜਾਂਦਾ ਹੈ, ਨਾ ਹੀ ਪਲਾਜ਼ਮਾ ਝਿੱਲੀ ਨਾਲ ਘਿਰੇ ਨਿੱਕੜੇ ਅੰਗ, ਪਰੰਤੂ ਇਸ ਵਿੱਚ ਜੈਨੇਟਿਕ ਮਟੀਰੀਅਲ ਪਾਇਆ ਜਾਂਦਾ ਹੈ। ਇਹ ਸੈੱਲ ਹਮੇਸ਼ਾ ਇੱਕ ਸੈੱਲੀ ਜੀਵਾਂ ਵਿੱਚ ਪਾਏ ਜਾਂਦੇ ਹਨ, ਜਿਵੇਂ ਕਿ ਬੈਕਟੀਰੀਆ। ਨਿੱਕੜੇ ਅੰਗ ਕੀ ਹੁੰਦੇ ਹਨ? ਇਹ ਸੈੱਲ ਦੇ ਖਾਸ ਅੰਗ ਹੁੰਦੇ ਹਨ ਜੋ ਸੈੱਲ ਦੀਆਂ ਵਿਸ਼ੇਸ਼ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਚਲੋ ਸ਼ੁਰੂ ਕਰਦੇ ਹਾਂ ਨਿਊਕਲੀਅਸ ਤੋਂ, ਜਿਸ ਨੂੰ ਸੈੱਲ ਦਾ ਕੰਟਰੋਲ ਸੈਂਟਰ ਕਿਹਾ ਜਾਂਦਾ ਹੈ। ਨਿਊਕਲੀਅਸ ਦੇ ਅੰਦਰ ਡੀਐਨਏ ਜਾਂ ਜੈਨੇਟਿਕ ਮਟੀਰੀਅਲ ਹੁੰਦਾ ਹੈ ਜੋ ਸੈੱਲ ਨੂੰ ਦੱਸਦਾ ਹੈ ਕਿ ਕੀ ਕਰਨਾ ਹੈ ਅਤੇ ਕਿਸ ਪ੍ਰਕਾਰ ਕਰਨਾ ਹੈ। ਡੀਐਨਏ ਨਿਊਕਲੀਅਰ ਮੈਂਬਰੇਨ ਦੇ ਅੰਦਰ ਉਲਝੇ ਧਾਗੇ ਦੇ ਰੂਪ ਵਿੱਚ ਪਾਇਆ ਜਾਂਦਾ ਹੈ, ਜਿਸ ਨੂੰ ਕ੍ਰੋਮੈਟਿਨ ਕਿਹਾ ਜਾਂਦਾ ਹੈ। ਜਦੋਂ ਸੈੱਲ ਵਿਭਾਜਨ ਲਈ ਤਿਆਰ ਹੁੰਦਾ ਹੈ ਤਾਂ ਡੀਐਨਏ ਕੰਡੈਂਸ ਹੋ ਕੇ ਕ੍ਰੋਮੋਸੋਮ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਤੋਂ ਇਲਾਵਾ ਨਿਊਕਲੀਅਸ ਦੇ ਅੰਦਰ ਨਿਊਕਲੀਓਲਸ ਵੀ ਹੁੰਦਾ ਹੈ, ਜਿੱਥੇ ਰਾਈਬੋਸੋਮ ਦਾ ਨਿਰਮਾਣ ਹੁੰਦਾ ਹੈ। ਜਦੋਂ ਰਾਈਬੋਸੋਮ ਨਿਊਕਲੀਅਸ ਤੋਂ ਬਾਹਰ ਆਉਂਦਾ ਹੈ ਤਾਂ ਇਹ ਪ੍ਰੋਟੀਨ ਦੇ ਉਤਪਾਦਨ ਅਤੇ ਸੰਸਲੇਸ਼ਣ ਵਰਗੇ ਅਹਿਮ ਕੰਮ ਲਈ ਤਿਆਰ ਹੁੰਦਾ ਹੈ। ਨਿਊਕਲੀਅਸ ਤੋਂ ਬਾਹਰ ਰਾਈਬੋਸੋਮ ਅਤੇ ਹੋਰ ਨਿੱਕੜੇ ਅੰਗ ਜੈਲੀ ਵਰਗੇ ਸਾਈਟੋਪਲਾਜ਼ਮ ਵਿੱਚ ਤੈਰਦੇ ਪਾਏ ਜਾਂਦੇ ਹਨ। ਰਾਈਬੋਸੋਮ ਸਾਈਟੋਪਲਾਜ਼ਮ ਵਿੱਚ ਮੁਕਤ ਅਵਸਥਾ ਵਿੱਚ ਵੀ ਪਾਏ ਜਾਂਦੇ ਹਨ ਅਤੇ ਇਹ ਐਂਡੋਪਲਾਜ਼ਮੀ ਜਾਲ ਨਾਲ ਵੀ ਜੁੜੇ ਹੁੰਦੇ ਹਨ। ਇਹਨਾਂ ਨੂੰ ER ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਐਂਡੋਪਲਾਜ਼ਮੀ ਜਾਲ 2 ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਹੈ ਖੁਰਦਰਾ ਐਂਡੋਪਲਾਜ਼ਮੀ ਜਾਲ, ਜਿਸ ਉੱਪਰ ਰਾਈਬੋਸੋਮ ਜੁੜੇ ਹੁੰਦੇ ਹਨ, ਅਤੇ ਦੂਸਰਾ ਹੈ ਪੱਧਰਾ ਐਂਡੋਪਲਾਜ਼ਮੀ ਜਾਲ, ਜਿਸ ਉੱਪਰ ਰਾਈਬੋਸੋਮ ਨਹੀਂ ਜੁੜੇ ਹੁੰਦੇ। ਐਂਡੋਪਲਾਜ਼ਮੀ ਜਾਲ ਦਾ ਮੁੱਖ ਕੰਮ ਪ੍ਰੋਟੀਨ ਅਤੇ ਲਿਪਿਡ ਦਾ ਸੰਸਲੇਸ਼ਣ ਕਰਨਾ ਹੁੰਦਾ ਹੈ। ਪ੍ਰੋਟੀਨ ਅਤੇ ਹੋਰ ਪਦਾਰਥ ਜਿਨ੍ਹਾਂ ਦਾ ਸੰਸਲੇਸ਼ਣ ਐਂਡੋਪਲਾਜ਼ਮੀ ਜਾਲ ਵਿੱਚ ਹੁੰਦਾ ਹੈ, ਇੱਕ ਥੈਲੀ ਵਿੱਚ ਪੈਕ ਹੋ ਕੇ ਗੋਲਜੀ ਕਾਇਆ ਵੱਲ ਚਲੇ ਜਾਂਦੇ ਹਨ। ਗੋਲਜੀ ਕਾਇਆ ਪ੍ਰੋਟੀਨ ਨੂੰ ਪ੍ਰਾਪਤ ਕਰਕੇ ਉਸਦੇ ਆਕਾਰ ਅਤੇ ਅਵਸਥਾ ਵਿੱਚ ਪਰਿਵਰਤਨ ਕਰਦੀ ਹੈ ਤਾਂ ਜੋ ਉਹ ਆਸਾਨੀ ਨਾਲ ਸੈੱਲ ਦੁਆਰਾ ਵਰਤਿਆ ਜਾ ਸਕੇ। ਗੋਲਜੀ ਕਾਇਆ ਦੁਆਰਾ ਇਹ ਕੰਮ ਪ੍ਰੋਟੀਨ ਨੂੰ ਫੋਲਡ ਕਰਕੇ ਕੀਤਾ ਜਾਂਦਾ ਹੈ। ਗੋਲਜੀ ਕਾਇਆ ਪ੍ਰੋਟੀਨ ਦੇ ਨਾਲ ਕੁਝ ਹੋਰ ਪਦਾਰਥ ਜਿਵੇਂ ਕਿ ਲਿਪਿਡ ਅਤੇ ਕਾਰਬੋਹਾਈਡਰੇਟ ਨੂੰ ਜੋੜ ਕੇ ਉਸ ਨੂੰ ਵਰਤਣਯੋਗ ਆਕਾਰ ਵਿੱਚ ਬਦਲ ਦਿੰਦੀ ਹੈ। ਰਸਧਾਨੀਆਂ ਇਹ ਇੱਕ ਥੈਲੀਨੁਮਾ ਸੰਰਚਨਾ ਹੁੰਦੀ ਹੈ ਜੋ ਅਲੱਗ-ਅਲੱਗ ਪਦਾਰਥਾਂ ਨੂੰ ਸਟੋਰ ਕਰਨ ਦੇ ਕੰਮ ਆਉਂਦੀ ਹੈ। ਦਿਖਾਏ ਗਏ ਪੌਦਾ ਸੈੱਲ ਵਿੱਚ ਇੱਕ ਵੱਡੀ ਕੇਂਦਰੀ ਰਸਧਾਨੀ ਵਿੱਚ ਪਾਣੀ ਸਟੋਰ ਕੀਤਾ ਗਿਆ ਹੈ। ਜੰਤੂ ਸੈੱਲ ਵਿੱਚ ਲਾਈਸੋਸੋਮ ਪਾਇਆ ਜਾਂਦਾ ਹੈ। ਇਸ ਨੂੰ ਸੈੱਲ ਦਾ ਮਲ ਤਿਆਗ ਤੰਤਰ ਕਿਹਾ ਜਾਂਦਾ ਹੈ। ਇਹ ਸੈੱਲ ਦੀ ਸਾਰੀ ਟੁੱਟ ਭੱਜ ਨੂੰ ਸਟੋਰ ਕਰਦਾ ਹੈ। ਇਸ ਦੇ ਸ਼ਕਤੀਸ਼ਾਲੀ ਪਾਚਕ ਐਂਜ਼ਾਈਮ ਸੈੱਲ ਦੀ ਟੁੱਟ ਭੱਜ ਨੂੰ ਹਜ਼ਮ ਕਰ ਜਾਂਦੇ ਹਨ। ਮਾਈਟੋਕਾਂਡਰੀਆ ਪੌਦਾ ਅਤੇ ਜੰਤੂ ਸੈੱਲ ਦੋਵਾਂ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਸੈੱਲ ਦਾ ਸ਼ਕਤੀ ਘਰ ਵੀ ਕਿਹਾ ਜਾਂਦਾ ਹੈ। ਮਾਈਟੋਕਾਂਡਰੀਆ ਸੈਲੂਲਰ ਰੈਸਪੀਰੇਸ਼ਨ ਕਿਰਿਆ ਦੁਆਰਾ ATP ਦੇ ਰੂਪ ਵਿੱਚ ਊਰਜਾ ਤਿਆਰ ਕਰਦਾ ਹੈ ਅਤੇ ਸੈੱਲ ਨੂੰ ਸਾਰੀਆਂ ਕਿਰਿਆਵਾਂ ਕਰਨ ਲਈ ਊਰਜਾ ਦਿੰਦਾ ਹੈ। ਜਿਹੜੇ ਸੈੱਲਾਂ ਨੂੰ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ, ਉਹਨਾਂ ਅੰਦਰ ਮਾਈਟੋਕਾਂਡਰੀਆ ਦੀ ਗਿਣਤੀ ਵੀ ਜ਼ਿਆਦਾ ਹੁੰਦੀ ਹੈ। ਸੈੱਲ ਨੂੰ ਆਪਣਾ ਢਾਂਚਾ ਕਾਇਮ ਰੱਖਣ ਲਈ ਸਾਈਟੋਸਕੈਲੇਟਨ ਦੀ ਲੋੜ ਹੁੰਦੀ ਹੈ। ਸਾਈਟੋਸਕੈਲੇਟਨ ਕੋਲ ਪ੍ਰੋਟੀਨ ਦੇ ਬਣੇ ਹੋਏ ਧਾਗੇ ਵਰਗੇ ਮਾਈਕਰੋਫਿਲਾਮੈਂਟ ਹੁੰਦੇ ਹਨ ਅਤੇ ਪਤਲੀਆਂ ਖੋਖਲੀਆਂ ਪਾਈਪਾਂ ਵਰਗੇ ਮਾਈਕਰੋਟਿਬਿਊਲਸ ਵੀ ਹੁੰਦੇ ਹਨ। ਕੁਝ ਹੋਰ ਸਜੀਵ
ਜਿਵੇਂ ਕਿ ਪੇੜ ਪੌਦੇ ਜੋ ਕਿ ਫੋਟੋ ਆਟੋਟ੍ਰੋਫਿਕ ਹੁੰਦੇ ਹਨ, ਇਹ ਸੂਰਜੀ ਰੋਸ਼ਨੀ ਨੂੰ ਊਰਜਾ ਦੇ ਸਰੋਤ ਵਜੋਂ ਵਰਤਦੇ ਹਨ। ਇਹਨਾਂ ਵਿੱਚ ਇੱਕ ਕਲੋਰੋਪਲਾਸਟ ਨਾਮ ਦਾ ਨਿੱਕੜਾ ਅੰਗ ਪਾਇਆ ਜਾਂਦਾ ਹੈ। ਕਲੋਰੋਪਲਾਸਟ ਉਹ ਮੁੱਖ ਪਦਾਰਥ ਹੈ ਜਿਸ ਕਾਰਨ ਪ੍ਰਕਾਸ਼ ਸੰਸਲੇਸ਼ਨ ਹੁੰਦਾ ਹੈ। ਕਲੋਰੋਪਲਾਸਟ ਦਾ ਰੰਗ ਹਰਾ ਹੁੰਦਾ ਹੈ ਕਿਉਂਕਿ ਇਸ ਵਿੱਚ ਹਰਾ ਰੰਗ ਵਰਣਕ ਕਲੋਰੋਫਿਲ ਪਾਇਆ ਜਾਂਦਾ ਹੈ। ਪੌਦਾ ਸੈੱਲ ਵਿੱਚ ਸੈੱਲ ਮੈਂਬਰੇਨ ਤੋਂ ਬਾਹਰ ਸੈੱਲ ਕੰਧ ਵੀ ਪਾਈ ਜਾਂਦੀ ਹੈ। ਇਸ ਦਾ ਮੁੱਖ ਕੰਮ ਪੌਦੇ ਨੂੰ ਸੁਰੱਖਿਆ ਅਤੇ ਆਕਾਰ ਦੇਣ ਦਾ ਹੁੰਦਾ ਹੈ। ਜੰਤੂ ਸੈੱਲ ਵਿੱਚ ਸੈੱਲ ਕੰਧ ਨਹੀਂ ਹੁੰਦੀ। ਇਸ ਤੋਂ ਇਲਾਵਾ ਸੈੱਲ ਵਿੱਚ ਕੁਝ ਹੋਰ ਵਿਸ਼ੇਸ਼ ਆਕਾਰ ਦੀਆਂ ਬਣਤਰਾਂ ਵੀ ਪਾਈਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ ਤੇ ਮਨੁੱਖੀ ਸਾਹ ਨਲੀ ਦੇ ਅੰਦਰਲੇ ਸੈੱਲਾਂ ਵਿੱਚ ਸਿਲੀਆ ਨਾਮਕ ਇੱਕ ਬਣਤਰ ਪਾਈ ਜਾਂਦੀ ਹੈ। ਇਹ ਬਹੁਤ ਨਿੱਕੇ ਵਾਲਾਂ ਵਰਗੀਆਂ ਸੰਰਚਨਾਵਾਂ ਹੁੰਦੀਆਂ ਹਨ ਜੋ ਲਹਿਰਾਂ ਦੀ ਤਰ੍ਹਾਂ ਗਤੀ ਕਰਦੀਆਂ ਹਨ। ਇਸ ਦਾ ਕੰਮ ਧੂੜ ਕਣਾਂ ਨੂੰ ਖਾਂਸੀ ਦੁਆਰਾ ਸਰੀਰ ਤੋਂ ਬਾਹਰ ਕੱਢਣ ਦਾ ਹੁੰਦਾ ਹੈ। ਕੁਝ ਬੈਕਟੀਰੀਆ ਸੈੱਲਾਂ ਵਿੱਚ ਫਲੈਜੈਲਾ ਨਾਮਕ ਸੰਰਚਨਾ ਪਾਈ ਜਾਂਦੀ ਹੈ। ਇਹ ਛੋਟੀ ਪੂੰਛ ਦੀ ਤਰ੍ਹਾਂ ਹੁੰਦੀ ਹੈ ਜੋ ਹਿਲਜੁਲ ਨਾਲ ਸੈੱਲ ਨੂੰ ਗਤੀ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਮਨੁੱਖੀ ਸੈੱਲਾਂ ਵਿੱਚ ਕੇਵਲ ਸਪਰਮ ਸੈੱਲ ਹੀ ਅਜਿਹਾ ਹੁੰਦਾ ਹੈ ਜਿਸ ਵਿੱਚ ਫਲੈਜੈਲਮ ਪਾਈ ਜਾਂਦੀ ਹੈ। ਪਲਾਸਟਿਡ ਸਿਰਫ ਪੌਦਾ ਸੈੱਲਾਂ ਵਿੱਚ ਹੀ ਹੁੰਦੇ ਹਨ। ਇਹ 3 ਪ੍ਰਕਾਰ ਦੇ ਹਨ: ਕ੍ਰੋਮੋਪਲਾਸਟ, ਕਲੋਰੋਪਲਾਸਟ ਅਤੇ ਲਿਊਕੋਪਲਾਸਟ। ਕ੍ਰੋਮੋਪਲਾਸਟ ਰੰਗੀਨ ਪਲਾਸਟਿਡ ਅਤੇ ਲਿਊਕੋਪਲਾਸਟ ਸਫੇਦ ਜਾਂ ਰੰਗਹੀਨ ਪਲਾਸਟਿਡ। ਕਲੋਰੋਫਿਲ ਵਰਣਕ ਵਾਲੇ ਪਲਾਸਟਿਡ ਨੂੰ ਕਲੋਰੋਪਲਾਸਟ ਕਹਿੰਦੇ ਹਨ। ਪਲਾਸਟਿਡ ਦੀ ਅੰਦਰੂਨੀ ਰਚਨਾ ਵਿੱਚ ਬਹੁਤ ਸਾਰੀਆਂ ਝਿੱਲੀਆਂ ਹਨ ਜੋ ਕਿ ਸਟ੍ਰੋਮਾ ਨਾਂ ਦੇ ਪਦਾਰਥ ਵਿੱਚ ਪਈਆਂ ਹੁੰਦੀਆਂ ਹਨ। ਪਲਾਸਟਿਡ ਵਿੱਚ ਵੀ ਆਪਣਾ DNA ਅਤੇ ਰਾਈਬੋਸੋਮ ਹੁੰਦੇ ਹਨ। ਰਸਧਾਨੀਆਂ ਠੋਸ ਅਤੇ ਤਰਲ ਪਦਾਰਥਾਂ ਨੂੰ ਜਮ੍ਹਾਂ ਕਰਨ ਵਾਲੀਆਂ ਥੈਲੀਆਂ ਹਨ। ਜੰਤੂ ਸੈੱਲਾਂ ਵਿੱਚ ਰਸਧਾਨੀਆਂ ਛੋਟੀਆਂ ਹੁੰਦੀਆਂ ਹਨ ਜਦੋਂ ਕਿ ਪੌਦਾ ਸੈੱਲਾਂ ਵਿੱਚ ਰਸਧਾਨੀਆਂ ਬਹੁਤ ਵੱਡੀਆਂ ਹੁੰਦੀਆਂ ਹਨ। ਪੌਦਾ ਸੈੱਲਾਂ ਦੀਆਂ ਰਸਧਾਨੀਆਂ ਵਿੱਚ ਸੈੱਲ ਦਰਵ ਭਰਿਆ ਹੁੰਦਾ ਹੈ ਅਤੇ ਇਹ ਸੈੱਲ ਨੂੰ ਸਫੀਤੀ ਅਤੇ ਕਠੋਰਤਾ ਪ੍ਰਦਾਨ ਕਰਦਾ ਹੈ। ਇੱਕ ਸੈੱਲੀ ਜੀਵ ਜਿਵੇਂ ਅਮੀਬਾ ਵਿੱਚ ਭੋਜਨ ਰਸਧਾਨੀ ਵਿੱਚ ਅਮੀਬਾ ਦੁਆਰਾ ਖਾਧੇ ਗਏ ਭੋਜਨ ਪਦਾਰਥ ਹੁੰਦੇ ਹਨ। ਦੁਹਰਾਈ ਸੈੱਲ ਸਜੀਵਾਂ ਦੀ ਮੂਲ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੈ। ਸੈੱਲ ਝਿੱਲੀ ਦਾ ਇੱਕ ਫੁਰਤੀਲਾ ਭਾਗ ਹੈ। ਪੌਦਾ ਸੈੱਲ ਵਿੱਚ ਸੈੱਲ ਝਿੱਲੀ ਦੇ ਦੁਆਲੇ ਇੱਕ ਸੈੱਲ ਭਿੱਤੀ ਹੁੰਦੀ ਹੈ। ਜ਼ਿਆਦਾਤਰ ਪੌਦੇ ਸੈੱਲਾਂ ਵਿੱਚ ਇੱਕ ਵੱਡੀ ਕੇਂਦਰੀ ਰਸਧਾਨੀ ਹੁੰਦੀ ਹੈ ਜੋ ਸੈੱਲ ਦੇ ਸਫੀਤੀ ਤਣਾਅ ਨੂੰ ਬਰਕਰਾਰ ਰੱਖਦੀ ਹੈ। ਪ੍ਰੋਕੈਰੀਓਟੀ ਸੈੱਲਾਂ ਵਿੱਚ ਕੋਈ ਵੀ ਝਿੱਲੀ ਯੁਕਤ ਨਿੱਕੜਾ ਅੰਗ ਨਹੀਂ ਹੁੰਦਾ। ਬੱਚਿਓ, ਹੁਣ ਅਸੀਂ ਟਿਸ਼ੂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਇਸ ਪਾਠ ਵਿੱਚ ਅਸੀਂ ਸਿੱਖਾਂਗੇ ਪੌਦਾ ਟਿਸ਼ੂ ਦੀਆਂ ਕਿਸਮਾਂ, ਪ੍ਰਾਣੀ ਟਿਸ਼ੂ ਅਤੇ ਉਸ ਦੀਆਂ ਕਿਸਮਾਂ ਬਾਰੇ। ਪੌਦਾ ਟਿਸ਼ੂ ਕੀ ਹੁੰਦੇ ਹਨ? ਪੌਦਾ ਟਿਸ਼ੂ ਵਿਚਲੇ ਬਹੁਤੇ ਟਿਸ਼ੂ ਉਹਨਾਂ ਨੂੰ ਮਜ਼ਬੂਤੀ ਅਤੇ ਤਾਕਤ ਪ੍ਰਦਾਨ ਕਰਦੇ ਹਨ ਅਤੇ ਮ੍ਰਿਤਕ ਸੈੱਲਾਂ ਦੇ ਬਣੇ ਹੁੰਦੇ ਹਨ। ਇਹਨਾਂ ਦੀ ਸਾਂਭ ਵੀ ਘੱਟ ਕਰਨੀ ਪੈਂਦੀ ਹੈ। ਪੌਦਾ ਟਿਸ਼ੂ ਦੀਆਂ 2 ਕਿਸਮਾਂ ਹਨ: ਅਸਥਾਈ ਟਿਸ਼ੂ ਅਤੇ ਸਥਾਈ ਟਿਸ਼ੂ। ਅਸਥਾਈ ਟਿਸ਼ੂ ਪੌਦਿਆਂ ਵਿੱਚ ਵਾਧਾ ਪੌਦੇ ਦੇ ਕੁਝ ਸੀਮਿਤ ਥਾਵਾਂ 'ਤੇ ਹੁੰਦਾ ਹੈ। ਇਸ ਕਰਕੇ ਵੰਡਣਯੋਗ ਟਿਸ਼ੂ ਜੋ ਇਹਨਾਂ ਸੀਮਿਤ ਥਾਵਾਂ 'ਤੇ ਸਥਿਤ ਹੁੰਦੇ ਹਨ ਉਹਨਾਂ ਨੂੰ ਅਸਥਾਈ ਟਿਸ਼ੂ ਕਹਿੰਦੇ ਹਨ। ਸਥਾਈ ਟਿਸ਼ੂ ਇਹ ਉਹ ਟਿਸ਼ੂ ਹਨ ਜੋ ਵਿਭਾਜਨ ਦੀ ਸਮਰੱਥਾ ਖੋ ਬੈਠਦੇ ਹਨ ਅਤੇ ਇੱਕ ਖਾਸ ਕੰਮ ਦਾ ਜ਼ਿੰਮਾ ਲੈ ਲੈਂਦੇ ਹਨ। ਉਹਨਾਂ ਨੂੰ ਸਥਾਈ ਟਿਸ਼ੂ ਕਿਹਾ ਜਾਂਦਾ ਹੈ। ਕਿਸੇ ਖਾਸ ਕੰਮ ਨੂੰ ਨੇਪਰੇ ਚਾੜਨ ਵਾਲੇ ਸੈੱਲਾਂ ਦਾ ਸਮੂਹ ਜੋ ਕਿ ਸਰੀਰ ਵਿੱਚ ਇੱਕ ਖਾਸ ਥਾਂ ਤੇ ਮਿਲਦਾ ਹੈ, ਟਿਸ਼ੂ ਕਹਿੰਦੇ ਹਨ। ਸੈੱਲ ਵੰਡ ਦੀ ਸਮਰੱਥਾ ਦੇ ਆਧਾਰ ਤੇ ਪੌਦਾ ਟਿਸ਼ੂ 2 ਤਰ੍ਹਾਂ ਦੇ ਹੁੰਦੇ ਹਨ: ਅਸਥਾਈ ਟਿਸ਼ੂ, ਸਥਾਈ ਟਿਸ਼ੂ। ਅਸਥਾਈ ਟਿਸ਼ੂ
ਪੌਦਿਆਂ ਵਿੱਚ ਵਾਧਾ ਪੌਦੇ ਦੇ ਕੁਝ ਸੀਮਿਤ ਥਾਵਾਂ ਤੇ ਹੁੰਦਾ ਹੈ। ਇਸ ਕਰਕੇ ਵੰਡਣਯੋਗ ਟਿਸ਼ੂ ਜੋ ਇਹਨਾਂ ਸੀਮਿਤ ਥਾਵਾਂ ਤੇ ਸਥਿਤ ਹੈ ਉਸ ਨੂੰ ਅਸਥਾਈ ਟਿਸ਼ੂ ਕਹਿੰਦੇ ਹਨ। ਪੌਦੇ ਵਿੱਚ ਜਿਸ ਥਾਂ ਤੇ ਇਹ ਟਿਸ਼ੂ ਸਥਿਤ ਹੈ ਉਹ ਉਸ ਹਿਸਾਬ ਨਾਲ ਅਸੀਂ ਇਸ ਨੂੰ ਐਪੀਕਲ ਜਾਂ ਸਿਖਰੀ, ਲੇਟਰਲ ਜਾਂ ਬਗਲੀ, ਇੰਟਰਕੈਲੋਰੀ ਜਾਂ ਅੰਤਰਵੇਸ਼ੀ ਭਾਗਾਂ ਵਿੱਚ ਵੰਡਦੇ ਹਾਂ। ਸਿਖਰੀ ਅਸਥਾਈ ਟਿਸ਼ੂ ਜੜ ਅਤੇ ਤਣੇ ਦੇ ਵੱਧਦੇ ਹੋਏ ਸਿਰਿਆਂ ਤੇ ਹੁੰਦਾ ਹੈ ਅਤੇ ਇਹਨਾਂ ਦੀ ਲੰਬਾਈ ਵਧਾਉਂਦਾ ਹੈ, ਜਦੋਂ ਕਿ ਬਗਲੀ ਅਸਥਾਈ ਟਿਸ਼ੂ ਜੜ ਅਤੇ ਤਣੇ ਦੀ ਮੋਟਾਈ ਵਧਾਉਣ ਲਈ ਜ਼ਿੰਮੇਵਾਰ ਹੈ। ਅੰਤਰਵੇਸ਼ੀ ਟਿਸ਼ੂ ਪੱਤਿਆਂ ਅਤੇ ਟਹਿਣੀਆਂ ਦੀਆਂ ਪੋਰੀਆਂ ਦੇ ਥੱਲੇ ਹੁੰਦਾ ਹੈ। ਸਥਾਈ ਟਿਸ਼ੂ ਅਸਥਾਈ ਟਿਸ਼ੂ ਜਦੋਂ ਆਪਣੀ ਵਿਭਾਜਨ ਸਮਰੱਥਾ ਖੋ ਬੈਠਦੇ ਹਨ ਤਾਂ ਇੱਕ ਖਾਸ ਕੰਮ ਦਾ ਜ਼ਿੰਮਾ ਲੈਂਦੇ ਹਨ, ਉਹ ਸਥਾਈ ਟਿਸ਼ੂ ਬਣ ਜਾਂਦੇ ਹਨ। ਇੱਕ ਪੱਕਾ ਆਕਾਰ, ਦਿੱਖ ਅਤੇ ਕੰਮ ਲੈ ਲੈਣ ਦੀ ਕਿਰਿਆ ਨੂੰ ਡਿਫਰੈਂਸ਼ੀਏਸ਼ਨ ਕਹਿੰਦੇ ਹਨ। ਸਥਾਈ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ, ਸਰਲ ਸਥਾਈ ਟਿਸ਼ੂ, ਗੁੰਝਲਦਾਰ ਸਥਾਈ ਟਿਸ਼ੂ। ਸਰਲ ਸਥਾਈ ਟਿਸ਼ੂ ਇਹ ਇੱਕ ਤਰ੍ਹਾਂ ਦੇ ਸੈੱਲਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ ਜਿਨ੍ਹਾਂ ਦੀ ਉਤਪੱਤੀ ਅਤੇ ਕੰਮ ਇੱਕੋ ਜਿਹਾ ਹੁੰਦਾ ਹੈ। ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ, ਪੇਰਨਕਾਈਮਾ ਟਿਸ਼ੂ, ਕਲੇਰਨਕਾਈਮਾ ਟਿਸ਼ੂ ਅਤੇ ਸਕਲੇਰਨਕਾਈਮਾ ਟਿਸ਼ੂ। ਗੁੰਝਲਦਾਰ ਸਥਾਈ ਟਿਸ਼ੂ। ਗੁੰਝਲਦਾਰ ਸਥਾਈ ਟਿਸ਼ੂ ਵਿੱਚ ਕਈ ਤਰ੍ਹਾਂ ਦੇ ਸੈੱਲ ਹੁੰਦੇ ਹਨ ਜੋ ਕਿ ਆਪਸ ਵਿੱਚ ਤਾਲਮੇਲ ਕਰਕੇ ਇੱਕ ਸਾਂਝਾ ਕੰਮ ਕਰਦੇ ਹਨ। ਇਹ ਦੋ ਤਰ੍ਹਾਂ ਦੇ ਹਨ, ਜ਼ਾਈਲਮ, ਫਲੋਏਮ। ਜ਼ਾਈਲਮ ਇਹ ਵਹਿਣੀ ਟਿਸ਼ੂ ਹੈ ਜਿਸ ਵਿੱਚ ਟ੍ਰੈਕਟੀਜ਼, ਵੈਸਲਸ, ਜ਼ਾਈਲਮ, ਪੇਰਨਕਾਈਮਾ ਅਤੇ ਜ਼ਾਈਲਮ ਰੇਸ਼ੇ ਹੁੰਦੇ ਹਨ। ਇਹਨਾਂ ਦੀਆਂ ਸੈੱਲ ਭਿੱਤੀਆਂ ਅਕਸਰ ਮੋਟੀਆਂ ਹੁੰਦੀਆਂ ਹਨ ਅਤੇ ਸੈੱਲ ਮ੍ਰਿਤਕ ਹੁੰਦੇ ਹਨ। ਟ੍ਰੈਕਟੀਜ਼ ਅਤੇ ਵੈਸਲਸ ਪਾਣੀ ਅਤੇ ਖਣਿਜਾਂ ਨੂੰ ਹੇਠਾਂ ਤੋਂ ਉੱਪਰ ਵੱਲ ਢੋਣ ਦਾ ਕੰਮ ਕਰਦੇ ਹਨ। ਰੇਸ਼ਿਆਂ ਦਾ ਕੰਮ ਸਹਾਰਾ ਦੇਣਾ ਹੈ। ਪੇਰਨਕਾਈਮਾ ਵਿੱਚ ਭੋਜਨ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਇਹ ਪਾਣੀ ਨੂੰ ਕਿਨਾਰਿਆਂ ਵੱਲ ਢੋਂਦਾ ਹੈ। ਫਲੋਏਮ ਇਹ ਵੀ ਵਹਿਣੀ ਟਿਸ਼ੂ ਹੈ ਜਿਸ ਦੇ 4 ਭਾਗ ਸੀਵ ਟਿਊਬਾਂ, ਸੈਸੈਲ, ਫਲੋਏਮ ਰੇਸ਼ੇ ਅਤੇ ਫਲੋਏਮ ਪੇਰਨਕਾਈਮਾ ਹੈ। ਫਲੋਏਮ ਰੇਸ਼ਿਆਂ ਤੋਂ ਬਿਨਾਂ ਫਲੋਏਮ ਦੇ ਬਾਕੀ ਸਾਰੇ ਭਾਗਾਂ ਦੇ ਸੈੱਲ ਜੀਵਿਤ ਹੁੰਦੇ ਹਨ। ਫਲੋਏਮ ਪੱਤਿਆਂ ਤੋਂ ਭੋਜਨ ਨੂੰ ਪੌਦੇ ਦੇ ਭਿੰਨ-ਭਿੰਨ ਭਾਗਾਂ ਤੱਕ ਪਹੁੰਚਾਉਂਦਾ ਹੈ। ਜ਼ਾਈਲਮ ਤੋਂ ਉਲਟ ਇਹ ਦੋਵੇਂ ਦਿਸ਼ਾਵਾਂ ਵਿੱਚ ਪਦਾਰਥਾਂ ਦੀ ਗਤੀ ਕਰਾ ਸਕਦਾ ਹੈ। ਜੰਤੂਆਂ ਵਿੱਚ 4 ਮੁੱਖ ਕਿਸਮ ਦੇ ਟਿਸ਼ੂ ਹੁੰਦੇ ਹਨ, ਅਧਿਛਦ ਟਿਸ਼ੂ, ਜੋੜਕ ਟਿਸ਼ੂ, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ। ਅਧਿਛਦ ਟਿਸ਼ੂ ਇਹ ਸਰੀਰ ਦੀ ਅੰਦਰੂਨੀ ਅਤੇ ਬਾਹਰਲੀ ਸਤਹ ਨੂੰ ਢੱਕਦਾ ਹੈ। ਇਹ ਪਦਾਰਥ ਅਧਿਛਿਦ ਸੈੱਲਾਂ ਨੂੰ ਜੋੜ ਕੇ ਰੱਖਦਾ ਹੈ। ਬਣਤਰ ਅਤੇ ਵੰਡ ਦੇ ਅਨੁਸਾਰ ਇਸ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਸਕੇਲੀ ਅਧਿਛਿਦ ਟਿਸ਼ੂ, ਘਣਾਕਾਰ, ਸਤੰਭਕਾਰ, ਸਿਲਿਆਈਮਈ, ਤਹਿਦਾਰ ਸਕੇਲੀ। ਸਕੇਲੀ ਅਧਿਛਿਦ ਟਿਸ਼ੂ। ਸਰਲ ਸਕੇਲੀ ਅਧ ਟਿਸ਼ੂ ਲਹੂ ਵਹਿਣੀਆਂ, ਫੇਫੜਿਆਂ ਦੇ ਐਲਵੂਲਾਈ ਅਤੇ ਗੁਰਦਿਆਂ ਦੇ ਟਿਊਬਨਲਸ ਆਦਿ ਵਿੱਚ ਮਿਲਦਾ ਹੈ। ਤਹਿਦਾਰ ਸਕੇਲੀ ਚਮੜੀ ਅਤੇ ਅੱਖਾਂ ਦੇ ਕੋਰਨੀਆ ਵਿੱਚ ਹੁੰਦੇ ਹਨ। ਇਹ ਟੁੱਟ ਭੱਜ ਤੋਂ ਬਚਾਉਂਦੇ ਹਨ। ਸਤੰਭਾਕਾਰ ਇਹ ਇੱਕ ਅਪਾਰਗਮਨ ਬੈਰੀਅਰ ਬਣਾਉਂਦਾ ਹੈ ਜਿਸ ਦੇ ਸਤੰਭ ਵਰਗੇ ਸੈੱਲ ਜਿਹੜੇ ਕਿ ਨਾਲ-ਨਾਲ ਜੁੜੇ ਹੁੰਦੇ ਹਨ। ਇਹ ਮਿਹਦੇ, ਆਂਤੜੀ ਅਤੇ ਗਾਲ ਬਲੈਡਰ ਵਿੱਚ ਮੌਜੂਦ ਹੁੰਦੇ ਹਨ। ਘਣਾਕਾਰ ਅਧਿਛਦ ਟਿਸ਼ੂ ਘਣਾਕਾਰ ਸੈੱਲਾਂ ਦਾ ਬਣਿਆ ਹੁੰਦਾ ਹੈ ਜੋ ਕਿ ਪੂਰਨ ਜਾਂ ਅਰਧ ਰੂਪ ਵਿੱਚ ਵਰਗਾਕਾਰ ਹੁੰਦੇ ਹਨ। ਸੂਤਰ ਨਾਲੀਆਂ, ਫੇਫੜਿਆਂ ਦੇ ਬ੍ਰੌਂਕਾਈ
ਅਤੇ ਪਸੀਨਾ ਗ੍ਰੰਥੀਆਂ ਵਿੱਚ ਹੁੰਦੇ ਹਨ। ਇਹ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਸਹਾਰਾ ਦੇਣ ਦਾ ਕੰਮ ਕਰਦਾ ਹੈ। ਨਾੜੀ ਟਿਸ਼ੂ, ਇਹ ਨਾੜੀ ਸੈੱਲ ਜਾਂ ਨਿਊਰੋਨ ਜਿਸ ਵਿੱਚ ਇੱਕ ਸੈੱਲ ਬਾਡੀ, ਕੇਂਦਰਕ ਅਤੇ ਦਾਣੇਦਾਰ ਸਾਈਟੋਪਲਾਜ਼ਮ ਹੁੰਦੇ ਹਨ। ਸੈੱਲ ਬਾਡੀ ਤੋਂ ਬਾਹਰ ਵੱਲ ਇੱਕ ਜਾਂ ਵੱਧ ਫਿਲਾਮੈਂਟ ਜਿਹੀਆਂ ਰਚਨਾਵਾਂ ਹੁੰਦੀਆਂ ਹਨ। ਇਹਨਾਂ ਛੋਟੀਆਂ ਰਚਨਾਵਾਂ ਨੂੰ ਡੈਂਡਰਾਈਟ ਕਹਿੰਦੇ ਹਨ। ਇਹ ਸੈੱਲ ਬਾਡੀ ਵੱਲ ਸੰਦੇਸ਼ ਲੈ ਕੇ ਜਾਂਦੇ ਹਨ। ਪੇਸ਼ੀ ਟਿਸ਼ੂ ਲੰਬੇ ਸੈੱਲਾਂ ਤੋਂ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਪੇਸ਼ੀ ਰੇਸ਼ੇ ਜਾਂ ਮਸਲ ਫਾਈਬਰ ਵੀ ਕਿਹਾ ਜਾਂਦਾ ਹੈ, ਜਿਹੜੇ ਕਿ ਜੋੜਕ ਟਿਸ਼ੂਆਂ ਨਾਲ ਜੁੜੇ ਹੁੰਦੇ ਹਨ। ਇਹ 3 ਤਰ੍ਹਾਂ ਦੇ ਹੁੰਦੇ ਹਨ: ਧਾਰੀਦਾਰ ਰੇਸ਼ੇ, ਧਾਰੀ ਰਹਿਤ ਪੇਸ਼ੀ ਰੇਸ਼ੇ ਅਤੇ ਦਿਲ ਪੇਸ਼ੀ। ਧਾਰੀਦਾਰ ਪੇਸ਼ੀਆਂ ਉਹਨਾਂ ਅੰਗਾਂ ਵਿੱਚ ਮਿਲਦੀਆਂ ਹਨ ਜਿੱਥੇ ਇੱਛਤ ਗਤੀ ਹੁੰਦੀ ਹੋਵੇ, ਜਿਵੇਂ ਹੱਥ, ਲੱਤਾਂ, ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ। ਧਾਰੀ ਰਹਿਤ ਪੇਸ਼ੀਆਂ ਉੱਥੇ ਹੁੰਦੀਆਂ ਹਨ ਜਿੱਥੇ ਅਣਇੱਛਤ ਗਤੀ ਹੋਵੇ, ਜਿਵੇਂ ਭੋਜਨ ਨਲੀ। ਦਿਲ ਪੇਸ਼ੀ ਦੇ ਸੈੱਲ ਸ਼ਾਖਿਤ, ਵੇਲਣਾਕਾਰ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਇਹ ਦਿਲ ਅੰਦਰ ਦਿਲ ਦੀ ਦੀਵਾਰ ਵਿੱਚ ਮਿਲਦੇ ਹਨ। ਇਹ ਪੇਸ਼ੀ ਸੈੱਲ ਸਾਰੀ ਉਮਰ ਲੈਅਬੱਧ ਹੋ ਕੇ ਸੁੰਗੜਦੀਆਂ ਅਤੇ ਫੈਲਦੀਆਂ ਹਨ। ਜੋੜਕ ਟਿਸ਼ੂ, ਜੋੜਕ ਟਿਸ਼ੂਆਂ ਵਿੱਚ ਸੈੱਲਾਂ ਦਾ ਸਮੂਹ ਹੁੰਦਾ ਹੈ ਜਿਹੜਾ ਬਾਹਰੀ ਸੈੱਲ ਪਦਾਰਥ, ਜਿਸ ਨੂੰ ਮੈਟ੍ਰਿਕਸ ਕਹਿੰਦੇ ਹਨ, ਵਿੱਚ ਮੌਜੂਦ ਹੁੰਦਾ ਹੈ। ਇਹ ਹੱਡੀ ਅਤੇ ਅਸਥੀ ਦੀ ਤਰ੍ਹਾਂ ਸਹਾਰਾ ਦਿੰਦੇ ਹਨ। ਇਹ ਸਰੀਰ ਵਿੱਚ ਟੁੱਟ ਭੱਜ ਦੀ ਮੁਰੰਮਤ ਕਰਨ ਵਿੱਚ ਸਹਾਈ ਹੁੰਦੇ ਹਨ। ਜੋੜਕ ਟਿਸ਼ੂਆਂ ਵਿੱਚ ਹੱਡੀ, ਅਸਥੀ, ਲਹੂ, ਟੈਂਡਨ ਅਤੇ ਲਿਗਾਮੈਂਟ ਆਉਂਦੇ ਹਨ। ਦੁਹਰਾਈ ਸਥਾਈ ਟਿਸ਼ੂ। ਸਥਾਈ ਟਿਸ਼ੂ ਦੀਆਂ 2 ਕਿਸਮਾਂ ਹੁੰਦੀਆਂ ਹਨ, ਇੱਕ ਸਰਲ, ਦੂਸਰੀ ਗੁੰਝਲਦਾਰ। ਸਰਲ ਸਥਾਈ ਟਿਸ਼ੂ ਦੀਆਂ ਅੱਗੇ 3 ਕਿਸਮਾਂ ਹਨ: ਪੇਰਨਕਾਈਮਾ, ਕੋਲਨਕਾਈਮਾ ਅਤੇ ਸਕਲੈਰਨਕਾਈਮਾ। ਇਸ ਤੋਂ ਬਾਅਦ ਪੇਰਨਕਾਈਮਾ ਦੀਆਂ ਅੱਗੇ ਫਿਰ 2 ਕਿਸਮਾਂ ਹਨ ਜਿਨ੍ਹਾਂ ਨੂੰ ਏਰਨਕਾਈਮਾ ਅਤੇ ਕਲੋਰਨਕਾਈਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੂਜੇ ਪਾਸੇ ਗੁੰਝਲਦਾਰ ਟਿਸ਼ੂ ਦੀਆਂ 2 ਕਿਸਮਾਂ ਹਨ, ਜ਼ਾਈਲਮ ਅਤੇ ਫਲੋਇਮ। ਪ੍ਰਾਣੀ ਟਿਸ਼ੂ। ਪ੍ਰਾਣੀ ਟਿਸ਼ੂ ਦੀਆਂ 4 ਕਿਸਮਾਂ ਹਨ: ਅਧਿਸ਼ਦ ਟਿਸ਼ੂ, ਜੋੜਕ ਟਿਸ਼ੂ, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ। ਅਧਿਸ਼ਦ ਟਿਸ਼ੂ ਦੀਆਂ ਅੱਗੇ 4 ਕਿਸਮਾਂ ਹਨ: ਸਕੇਲੀ ਟਿਸ਼ੂ, ਤਹਿਦਾਰ ਸਕੇਲੀ ਟਿਸ਼ੂ, ਕਾਲਮ ਟਿਸ਼ੂ, ਸਿਲੀਆਮਈ ਟਿਸ਼ੂ। ਜੋੜਕ ਟਿਸ਼ੂ ਦੀਆਂ 2 ਕਿਸਮਾਂ ਹਨ, ਲਹੂ ਅਤੇ ਹੱਡੀ। ਇਸੇ ਤਰ੍ਹਾਂ ਪੇਸ਼ੀ ਟਿਸ਼ੂ ਦੀਆਂ 3 ਕਿਸਮਾਂ ਹਨ, ਧਾਰੀਦਾਰ, ਧਾਰੀ ਰਹਿਤ ਅਤੇ ਦਿਲ ਪੇਸ਼ੀ। ਨਾੜੀ ਟਿਸ਼ੂ ਦੀ ਅੱਗੇ ਕੋਈ ਕਿਸਮ ਨਹੀਂ ਹੈ।